ਤਾਂ ਜਿਹੜੀ ਆਪਾਂ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਸੰਘਰਸ਼ ਭਖਿਆ ਹੋਇਆ ਤੇ ਇਹਦੇ ਵਿੱਚ ਇੱਕ ਸਪਸ਼ਟ ਲੀਕ ਕੀਤੀ ਜਾ ਚੁੱਕੀ ਹੈ ਕਿ ਹੁਣ ਜਾਂ ਬੀਜੇਪੀ ਬਚੂਗੀ ਤੇ ਜਾਂ ਕਿਸਾਨੀ ਬਚੂਗੀ। ਇਹਨਾਂ ਦੋਵਾਂ ਚੋਂ ਇੱਕ ਨੇ ਹੀ ਬਚਣਾ ਹੈ। ਉਹਦੇ ਵਿੱਚ ਦੋ ਗੱਲਾਂ ਤੇ ਪਹਿਲਾਂ ਤਾਂ ਜਿਹੜੀ ਗੱਲ ਅੜੀ, ਪਹਿਲੀ ਗੱਲ ਤਾਂ ਅਸੀਂ ਉਹਨਾਂ ਨੂੰ ਇਹ ਕਹਿ ਰਹੇ ਸੀ ਕਿ ਇੱਕ ਪਾਸੇ ਤਾਂ ਤੁਸੀਂ ਸਾਨੂੰ ਗੱਲਬਾਤ ਦੇ ਲਈ ਸੱਦਿਆ ਤੇ ਦੂਜੇ ਪਾਸੇ ਤੁਹਾਡੇ ਮੰਤਰੀ ਕਿਉਂਕਿ ਉਹ ਭਾਜਪਾ ਦੇ ਲੀਡਰਾਂ ਵਜੋਂ ਨਹੀਂ, ਭਾਰਤ ਸਰਕਾਰ ਦੇ ਮੰਤਰੀਆਂ ਵਜੋਂ ਪੰਜਾਬ ਦੇ ਵਿੱਚ ਵਰਚੁਅਲ ਰੈਲੀਆਂ ਕਰ ਰਹੇ ਆ ਆਨਲਾਈਨ। ਅਸੀਂ ਕਿਹਾ ਵੀ ਇੱਕ ਪਾਸੇ ਤਾਂ ਤੁਸੀਂ ਸਾਨੂੰ ਗੱਲਬਾਤ ਲਈ ਸੱਦ ਰਹੇ ਹੋ ਔਰ ਦੂਜੇ ਪਾਸੇ ਤੁਹਾਡੇ ਮੰਤਰੀ ਪੰਜਾਬ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਤੇ ਕਿਸਾਨ ਸੰਘਰਸ਼ ਦੇ ਵਿਰੋਧ ਵਿੱਚ ਰੈਲੀਆਂ ਇਹ ਕਰ ਰਹੇ ਵਰਚੁਅਲ ਰੈਲੀਆਂ। ਤੇ ਇਹ ਦੋਗਲਾਪਣ ਕਿਉਂ ਹੈ? ਕੇਂਦਰ ਸਰਕਾਰ ਦਾ ਜਿਹੜਾ ਅਧਿਕਾਰੀ ਸੀ ਸੰਜੇ ਅਗਰਵਾਲ, ਉਹ ਜਿਹੜਾ ਤੋਤਿਆਂ ਨੂੰ ਰੱਟ ਕੇ ਆਇਆ ਹੋਇਆ ਸੀ, ਜਿਹੜੀ ਗੱਲਾਂ ਭਾਜਪਾ ਦੇ ਲੀਡਰ ਕਰਦੇ ਤੇ ਉਹੀ ਉਹ ਭਾਰਤ ਸਰਕਾਰ ਦਾ ਅਧਿਕਾਰੀ ਕਰ ਰਿਹਾ ਸੀ ਕਿ ਕਿਸਾਨ ਬਿੱਲਾਂ ਦੇ ਇੱਥੇ ਫਾਇਦੇ ਆ ਤੇ ਐਂ ਅਸੀਂ ਕਿਸਾਨੀ ਲਈ ਸੋਚਦੇ ਆ, ਫਾਇਦੇ ਲਈ ਕਰ ਰਹੇ ਹਾਂ। ਅਸੀਂ ਕਿਹਾ ਤੁਸੀਂ ਇਹ ਨਾ ਸਾਨੂੰ ਗੱਲਾਂ ਦੱਸੋ, ਅਸੀਂ ਸਾਰੇ ਪੜ੍ਹੇ ਲਿਖੇ ਹਾਂ। ਉਹਦੇ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕਣ ਦਾ ਜਿਹੜਾ ਹੈਗਾ ਪਿੰਡੋ ਪਿੰਡ ਇਹ ਐਲਾਨ ਕੀਤਾ ਗਿਆ ਤੇ ਇਹਦੇ ਨਾਲ ਚਾਹੇ ਉਹ ਰੇਲਾਂ ਰੋਕਣ ਦਾ ਜਿਹੜਾ ਸੰਘਰਸ਼ ਚੱਲਿਆ ਹੋਇਆ, ਚਾਹੇ ਪੰਜਾਬ ਦੇ ਟੋਲ ਪਲਾਜ਼ੇ ਦੇ ਘੇਰੇ ਹੋਇਆ ਕਿਸਾਨਾਂ ਨੇ, ਚਾਹੇ ਉਹ ਬੀਜੇਪੀ ਦੇ ਆਗੂਆਂ ਦੇ, ਉਹ ਅਸੀਂ ਫੈਸਲਾ ਕੀਤਾ ਕਿ ਜ਼ਿਲ੍ਹਾ ਪੱਧਰ ਤੋਂ ਉੱਪਰ ਤੇ ਇਹਨਾਂ ਦੇ ਐਮਐਲਏ ਐਮਪੀ ਤੇ ਸਾਬਕਾ ਦੇ ਮੌਜੂਦਾ ਸਾਰਿਆਂ ਦੇ ਉਹ ਘਰ ਉਸੇ ਤਰ੍ਹਾਂ ਘਰਾਓ ਜਾਰੀ ਰਹਿਣਗੇ। ਇਹਨਾਂ ਨੂੰ ਕੋਈ ਪਬਲਿਕ ਮੀਟਿੰਗ ਨਹੀਂ ਪੰਜਾਬ 'ਚ ਕਰ ਦਿੱਤੀ ਜਾਊਗੀ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ। ਇਹਦੇ ਨਾਲ ਹੀ ਚਾਹੇ ਜਿਹੜੇ ਹੈਗੇ ਆ ਇਹਨਾਂ ਦੇ ਮਾਲ ਨੇ ਰਿਲਾਇੰਸ ਦੇ, ਚਾਹੇ ਰਿਲਾਇੰਸ ਦੇ ਪੰਪ ਨੇ, ਚਾਹੇ ਰਿਲਾਇੰਸ ਦੀਆਂ ਸਿਮਾਂ ਨੇ, ਜੀਓ ਦੀਆਂ, ਸਾਰੇ ਦਾ ਬਾਈਕਾਟ ਜਾਰੀ ਰਹੂਗਾ। ਤੇ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇੱਕ ਸਪਸ਼ਟ ਲੀਕ ਖਿੱਚ ਲੈਣੀ ਚਾਹੀਦੀ ਹੈ ਸਾਨੂੰ ਕਿ ਅਸੀਂ ਮੋਦੀ ਕਿਆ ਤੇ ਅਬਾਨੀ ਕਿਆ ਵਾਲਾ ਕਿ ਜਾਂ ਅਸੀਂ ਪੰਜਾਬ ਦੇ ਵਾਲਾ। Omówiono najważniejsze sprawy związane z dalszym kraju. Akashwani Chandigarh. ਕੁਛ ਨਸਮ ਵਿੱਚ ਇੱਕ ਉਸਤਾਦ ਦਾਦੂ हाँ भी आजा आजा ਆ ਕੀ ਕਰੀ ਜਾਂਦੇ ਹੋ ਤੁਸੀਂ? यार चलते ही नहीं अज ਇਹਨੂੰ ਕੀ ਹੋਇਆ ਦਾਦੂ? ਇਹਨੂੰ ਛੱਡੋ ਤੁਸੀਂ। ਆ ਲੋ ਜੀਟੀ ਰੋਡ ਐਫਐਮ ਨਵੀਂ ਐਪ ਆਈ ਹੈ। ਇੱਕ ਵਾਰੀ ਐਪ ਤੇ ਕਲਿੱਕ ਕਰੋ, ਸਾਰਾ ਦਿਨ ਨਵੇਂ ਗਾਣੇ ਨਾਲ ਤਾਜ਼ੀਆਂ ਪੰਜਾਬੀ ਖਬਰਾਂ। भाई क्या बात है। ਬਸ ਜੀ ਤੁਸੀਂ ਇੱਕ ਵਾਰੀ ਕਲਿੱਕ ਕਰਨਾ ਹੈ। ਹੁਣ ਦਾਦੂ ਇਹ ਦੱਸੋ ਮੈਨੂੰ ਨਵਾਂ ਫੋਨ ਦਵਾਓਗੇ ਕਿ ਨਹੀਂ? दवावांगे तेनू भी दवावांगे पर आ मेरे कोले रहो। The original, the only one. सियासत इस हुनरमंदी से सच्चाई छुपाती है, जैसे सिसकियों के दर्द शहनाई छुपाती है। जो इसकी तह में जाता है वापस नहीं आता, नदी हर कूदने वाले से गहराई छुपाती है। ਦੋਸਤੋ, ਜਿਸ ਤਰ੍ਹਾਂ ਮੌਜੂਦਾ ਹਾਲਾਤ ਨੇ ਪੰਜਾਬ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਕਿਸਾਨੀ ਸੰਘਰਸ਼ ਹੈ ਜਿਹੜਾ ਆਪਣੀ ਚਰਮ ਸੀਮਾ ਦੇ ਉੱਪਰ ਹੈ। ਬਿਲਕੁਲ ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਸਾਰੇ ਲੋਕ ਕੁੱਦੇ ਹੋਏ ਨੇ। ਇਸੇ ਤਰ੍ਹਾਂ ਹੀ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਦੁਆਰਾ ਸੰਘਰਸ਼ ਕੀਤਾ ਜਾ ਰਿਹਾ ਹੈ ਕਿਸਾਨੀ ਬਿੱਲਾਂ ਨੂੰ ਲੈ ਕੇ, ਜੋ ਹੁਣ ਕਾਨੂੰਨ ਬਣ ਚੁੱਕੇ ਨੇ ਔਰ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਬਾਰੇ ਵੱਖ-ਵੱਖ ਜਗ੍ਹਾਵਾਂ ਦੇ ਉੱਪਰ ਧਰਨੇ ਲੱਗੇ ਹੋਏ ਨੇ। ਇਸ ਸਭ ਕਾਸੇ ਦੇ ਵਿੱਚ ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ ਇੱਕ ਮੀਟਿੰਗ ਬੁਲਾਈ ਗਈ ਸੀ ਜਿਸ ਦੇ ਵਿੱਚ ਕਿਸਾਨਾਂ ਦੇ ਨਾਲ ਵਿਚਾਰ ਵਟਾਂਦਰਾ ਹੋਣਾ ਸੀ। ਉਸ ਮੀਟਿੰਗ ਦੇ ਵਿੱਚ 31 ਜਥੇਬੰਦੀਆਂ ਦੇ ਜਿਹੜੇ ਨੁਮਾਇੰਦਿਆਂ ਨੂੰ ਬੁਲਾਇਆ ਗਿਆ ਸੀ, ਵਿੱਚੋਂ 7 ਮੈਂਬਰੀ ਇੱਕ ਕਮੇਟੀ ਬਣੀ ਸੀ ਔਰ 31 ਜਥੇਬੰਦੀਆਂ ਦੇ ਜਿਹੜੇ ਮੈਂਬਰ ਸੀਗੇ ਉਹ ਦਿੱਲੀ ਵਿਖੇ ਗਏ ਸੀ ਤੇ ਉੱਥੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਵਾਸਤੇ ਗਏ ਸੀ। ਹਾਲਾਂਕਿ ਉਹ ਜਿਹੜੀ ਮੀਟਿੰਗ ਸੀਗੀ, ਜਿਹੜੀ ਉਹਨਾਂ ਨੇ ਬੁਲਾਈ ਸੀਗੀ ਮੀਟਿੰਗ, ਤੇ ਉਹ ਬੇਸਿੱਟਾ ਰਹੀ। ਤੇ ਇਸ ਸਾਰੇ ਦੇ ਵਿੱਚ ਅੰਦਰਲੀ ਗੱਲਬਾਤ ਕੀ ਹੋਈ ਹੈ, ਕਿਉਂ ਬੇਸਿੱਟਾ ਰਹੀ, ਇਹ ਸਭ ਮਸਲਿਆਂ ਦੇ ਉੱਪਰ ਅੱਜ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਲਵਪ੍ਰੀਤ ਸਿੰਘ ਫੇਰੋਕੇ ਮੌਜੂਦ ਨੇ ਜੋ ਯੂਥ ਫॉर ਸਵਰਾਜ ਦੇ ਵਿੱਚ ਕੰਮ ਕਰਦੇ ਨੇ। ਇਸੇ ਤਰ੍ਹਾਂ ਉਹਨਾਂ ਤੋਂ ਪੁੱਛਾਂਗੇ ਕਿ ਹੋਰ ਉਹਨਾਂ ਦੀਆਂ ਕੀ ਗਤੀਵਿਧੀਆਂ ਨੇ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ। ਤੁਸੀਂ ਯੂਥ ਫॉर ਸਵਰਾਜ ਦੇ ਵਿੱਚ ਵੀ ਕੰਮ ਕਰਦੇ ਹੋ, ਨਾਲ ਕਿਸਾਨੀ ਸੰਘਰਸ਼ ਦੇ ਵਿੱਚ ਵੀ ਤੁਸੀਂ ਆਪਣਾ ਬਣਦਾ ਯੋਗਦਾਨ ਪਾ ਰਹੇ ਹੋ। ਔਰ ਕਿਸਾਨੀ ਸੰਘਰਸ਼ ਨੂੰ ਲੈ ਕੇ ਤੁਹਾਡੇ ਕੀ ਰਾਏ, ਜਿਹੜਾ ਮੌਜੂਦਾ ਮਸਲਾ ਬਣਿਆ ਹੋਇਆ ਕਿਸਾਨਾਂ ਦੇ ਉੱਪਰ, ਕਿਸ ਤਰੀਕੇ ਨਾਲ ਸੰਘਰਸ਼ ਜਿਹੜੇ ਤਰੀਕੇ ਨਾਲ ਹੋ ਰਹੇ ਆ ਪੰਜਾਬ ਦੇ ਵਿੱਚ, ਔਰ ਆਉਣ ਵਾਲਾ ਭਵਿੱਖ ਇਸ ਸੰਘਰਸ਼ ਦਾ ਕੀ ਹੋ ਸਕਦਾ ਹੈ? ਜੀ, ਜਿਵੇਂ ਕਿ ਤੁਸੀਂ ਦੱਸਿਆ ਹੀ ਕਿ ਮੈਂ ਯੂਥ ਫॉर ਸਵਰਾਜ ਦੇ ਵਿੱਚ ਕੰਮ ਕਰਦਾ, ਉਹਦੇ ਵਿੱਚ ਸਾਡਾ ਵਿਦਿਆਰਥੀਆਂ ਨੌਜਵਾਨਾਂ ਦੇ ਵਿੱਚ ਜ਼ਿਆਦਾ ਕੰਮ ਹੁੰਦਾ। ਪਰ ਜਿਵੇਂ ਕਿ ਆਪਾਂ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਕਿਸਾਨੀ ਹੈ ਉਹ ਪੰਜਾਬ ਦੀ ਅਰਥ ਵਿਵਸਥਾ ਦੀ ਨਹੀਂ, ਪੰਜਾਬ ਦੇ ਸਮੁੱਚੇ ਪੰਜਾਬ ਦੇ ਇੱਕ ਵਿਚਾਰ ਦੀ ਰੀੜ੍ਹ ਦੀ ਹੱਡੀ ਹੈ। ਤੇ ਇਸ ਕਰਕੇ ਜਦੋਂ ਤੋਂ, ਹਾਲਾਂਕਿ ਪਹਿਲਾਂ ਵੀ ਲਗਾਤਾਰ ਇਹਨਾਂ ਸਰੋਕਾਰਾਂ ਦੇ ਨਾਲ ਜੁੜੇ ਰਹਿੰਦੇ ਆ ਕਿਸੇ ਨਾ ਕਿਸੇ ਰੂਪ ਦੇ, ਪਰ ਜਦੋਂ ਤੋਂ
ਇਹ ਕਿਸਾਨ ਵਿਰੋਧੀ ਬਿੱਲਾਂ ਦਾ ਜਿਹੜੇ ਕਿ ਹੁਣ ਕਾਨੂੰਨ ਬਣ ਗਏ ਨੇ, ਇਹ ਮਸਲਾ ਸਾਹਮਣੇ ਆਇਆ ਤਾਂ ਅਸੀਂ ਸਾਡਾ ਕਿਸਾਨ ਫਰੰਟ ਹੈ ਜਿਹੜਾ ਜੈ ਕਿਸਾਨ ਅੰਦੋਲਨ, ਉਹਦੇ ਨਾਲ ਮਿਲ ਕੇ ਅਸੀਂ ਲਗਾਤਾਰ ਇਹਨਾਂ ਸਵਾਲਾਂ ਤੇ ਕੰਮ ਕਰ ਰਹੇ ਹਾਂ। ਤਾਂ ਜਿਹੜੀ ਆਪਾਂ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਸੰਘਰਸ਼ ਭਖਿਆ ਹੋਇਆ ਤੇ ਇਹਦੇ ਵਿੱਚ ਇੱਕ ਸਪਸ਼ਟ ਲੀਹ ਖਿੱਚੀ ਜਾ ਚੁੱਕੀ ਹੈ ਕਿ ਹੁਣ ਜਾਂ ਬੀਜੇਪੀ ਬਚੂਗੀ ਤੇ ਜਾਂ ਕਿਸਾਨੀ ਬਚੂਗੀ, ਇਹਨਾਂ ਦੋਵਾਂ ਚੋਂ ਇੱਕ ਨੇ ਹੀ ਬਚਣਾ ਹੈ ਕਿਉਂਕਿ ਜਿਹੜੇ ਇਹ ਕਿਸਾਨ ਵਿਰੋਧੀ ਕਾਨੂੰਨ ਪਾਸ ਕਰ ਦਿੱਤੇ ਗਏ ਆ ਸਰਕਾਰ, ਕੇਂਦਰ ਦੀ ਸਰਕਾਰ ਦੇ ਵੱਲੋਂ, ਇਹ ਸਿਰਫ ਕਿਸਾਨਾਂ ਦੇ ਵਿਰੋਧ 'ਚ ਹੀ ਨਹੀਂ ਹੈਗੇ ਬਲਕਿ ਸਮੁੱਚੇ ਜਿਹੜੇ ਦੇਸ਼ ਦੀ ਕਿਰਤੀ ਲੁਕਾਈ ਹੈ ਔਰ ਉਸ ਤੋਂ ਇਲਾਵਾ ਚਾਹੇ ਉਹ ਆੜਤੀਆ ਵਰਗ ਹੋਵੇ, ਚਾਹੇ ਦੁਕਾਨਦਾਰ ਵਰਗ ਹੋਵੇ ਜਾਂ ਹੋਰ ਮਜ਼ਦੂਰ ਵਰਗ ਹੋਵੇ ਜਾਂ ਹੋਰ ਵੀ ਸਮੁੱਚੀ ਮਿਡਲ ਕਲਾਸ ਨੂੰ ਤੁਸੀਂ ਲੈ ਲਓ, ਹੇਠਲਾ ਵਰਗ ਤਾਂ ਹੈ ਹੀ ਹੈ, ਉਹ ਸਾਰੇ ਦੇ ਸਾਰੇ ਇਹਦੇ ਨਾਲ ਪ੍ਰਭਾਵਿਤ ਹੋਣਗੇ ਤੇ ਇਸ ਕਰਕੇ ਲੜਾਈ ਦਿਨੋਂ ਦਿਨ ਤਿੱਖੀ ਹੋਈ ਜਾ ਰਹੀ ਹੈ ਜੀ। ਜਿਸ ਤਰ੍ਹਾਂ ਲੜਾਈ ਤਿੱਖੀ ਹੋਈ ਜਾ ਰਹੀ ਹੈ ਤਾਂ ਸਰਕਾਰ ਨੂੰ ਵੀ ਹੱਥਾਂ ਪੈਰਾਂ ਦੀ ਪਈ ਹੋਈ ਹੈ। ਸਰਕਾਰ ਵੀ ਵੱਖ-ਵੱਖ ਹੱਥ ਕੰਡੇ ਅਪਣਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਕਿਸਾਨੀ ਸੰਘਰਸ਼ ਨੂੰ ਫੇਲ ਕੀਤਾ ਜਾਵੇ। ਤੇ ਦੂਜੇ ਪਾਸੇ ਪਿਛਲੇ ਦਿਨੀ ਇੱਕ ਮੀਟਿੰਗ ਬੁਲਾਈ ਸੀ ਜਿਸ ਦੇ ਵਿੱਚ ਤੁਸੀਂ ਵੀ ਸ਼ਮੂਲੀਅਤ ਕੀਤੀ ਹੈ ਔਰ ਉਸ ਮੀਟਿੰਗ ਦਾ ਕੀ ਸਿੱਟਾ ਰਿਹਾ, ਉਸ ਦੇ ਵਿੱਚ ਅੰਦਰ ਕੀ ਗੱਲਬਾਤ ਹੋਈ ਤੇ ਕਿਉਂ ਉਹ ਮੀਟਿੰਗ ਜਿਹੜੀ ਬੇਸਿੱਟਾ ਰਹੀ, ਇਸ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਜੀ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਇਹ ਮੀਟਿੰਗ ਜਿਹੜੀ ਹੋਈ ਇਸ ਤੋਂ ਪਹਿਲਾਂ ਵੀ ਇੱਕ ਸੱਦਾ ਜਿਹੜਾ ਕੇਂਦਰ ਦੇ ਜਿਹੜਾ ਖੇਤੀਬਾੜੀ ਵਿਭਾਗ ਦਾ ਸਕੱਤਰ ਸੀ, ਸੈਕਟਰੀ ਸੀ, ਉਹਦੇ ਵੱਲੋਂ ਇੱਕ ਸੱਦਾ ਪਹਿਲਾਂ ਵੀ ਆਇਆ ਸੀ ਪਰ ਉਹ ਸੱਦਾ ਉਹਦਾ ਨਿੱਜੀ ਸੀਗਾ ਅਤੇ ਉਹਦੇ ਵਿੱਚ ਅਸੀਂ ਸਮੁੱਚੀਆਂ ਜਿਹੜੀਆਂ ਜਥੇਬੰਦੀਆਂ ਪੰਜਾਬ ਦੀਆਂ ਜਿਹੜੇ ਸੰਘਰਸ਼ ਦੀ ਅਗਵਾਈ ਕਰ ਰਹੀਆਂ 30 ਕਿਸਾਨ ਜਥੇਬੰਦੀਆਂ, ਉਹਨਾਂ ਦੀ ਸਾਂਝੀ ਰਾਏ ਬਣੀ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਇੱਕ ਕਾਨਫਰੰਸ ਦੇ ਵਿੱਚ ਸੱਦ ਰਹੇ ਹਾਂ ਤੇ ਆਪਦੀ ਗੱਲਬਾਤ ਰੱਖਣ ਦੇ ਲਈ। ਤਾਂ ਅਸੀਂ ਸਮਝਦੇ ਸੀ ਕਿ ਉਹਨਾਂ ਦੀ ਮਨਸ਼ਾ ਦੇ ਵਿੱਚ ਇਹ ਸੀ ਕਿ ਅਸੀਂ ਇਹਨਾਂ ਨੂੰ ਕਿਸਾਨ ਬਿੱਲਾਂ ਦੇ ਜਿਹੜੇ ਕਿਸਾਨ ਕਾਨੂੰਨਾਂ ਦੇ ਫਾਇਦੇ ਸਮਝਾਵਾਂਗੇ ਤੇ ਸਮਝਿਆ ਕਿ ਗੱਲ ਵੀ ਤੁਸੀਂ ਇਹ ਨਾ ਸਮਝੋ ਕਿ ਪੰਜਾਬ ਦੇ ਲੋਕ ਬਿਨਾਂ ਜਾਣਕਾਰੀ ਤੋਂ ਹੀ ਬੈਠੇ ਹੋਏ ਆ, ਇਸ ਕਰਕੇ ਉਹ ਸੱਦਾ ਅਸੀਂ ਨਾ ਮਨਜ਼ੂਰ ਕਰਤਾ ਸੀਗਾ। ਪਰ ਉਸ ਤੋਂ ਬਾਅਦ ਭਾਰਤ ਸਰਕਾਰ ਦਾ ਆਫੀਸ਼ੀਅਲੀ ਸੱਦਾ ਆਇਆ ਇਸੇ ਸਕੱਤਰ ਦੇ ਰਾਹੀਂ, ਖੇਤੀਬਾੜੀ ਵਿਭਾਗ ਦਾ ਜਿਹੜਾ ਸਕੱਤਰ ਹੈ ਸੰਜੇ ਅਗਰਵਾਲ, ਉਹਦੇ ਰਾਹੀਂ, ਹਾਲਾਂਕਿ ਪਹਿਲਾਂ ਹੀ ਉਹ ਸੱਦੇ 'ਚੋਂ ਸਾਨੂੰ ਕੋਈ ਭਾਰਤ ਸਰਕਾਰ ਦੀ ਮਨਸ਼ਾ ਤਾਂ ਚੰਗੀ ਨਹੀਂ ਦਿਸ ਰਹੀ ਸੀ ਪਰ ਫਿਰ ਵੀ ਇਸ ਗੱਲ ਤੋਂ ਕਿ ਕੇਂਦਰ ਸਰਕਾਰ ਆਪਦੇ ਮੁੱਖ ਧਾਰਾ ਦੇ ਮੀਡੀਆ ਤੇ ਇਸ ਤੋਂ ਇਲਾਵਾ ਲੋਕਾਂ ਦੇ ਵਿੱਚ ਇਹ ਭਰਮ ਨਾ ਫੈਲਾਵੇ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਇਹਨਾਂ ਦੇ ਜਿਹੜੇ ਆਗੂ ਹੈ ਇਹ ਗੱਲਬਾਤ ਤੋਂ ਭੱਜ ਰਹੇ ਆ, ਕਿਉਂਕਿ ਇਸ ਗੱਲ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਕਿ ਅਸੀਂ ਗੱਲਬਾਤ ਤੋਂ ਨਹੀਂ ਭੱਜ ਰਹੇ, ਕਿਉਂਕਿ ਅਸੀਂ ਇਹ ਗੱਲ ਜਾਣਦੇ ਹਾਂ ਕਿ ਸਾਡੇ ਕੋਲੇ ਜਿਹੜੇ ਤਰਕ ਨੇ ਇਹਨਾਂ ਬਿੱਲਾਂ ਦੇ, ਇਹਨਾਂ ਕਾਨੂੰਨਾਂ ਦੇ ਵਿਰੋਧ ਦੇ ਵਿੱਚ, ਜਾਂ ਜਿਹੜੀ ਅਸੀਂ ਪੰਜਾਬ ਦੀ ਕਿਸਾਨੀ ਦੀ, ਪੰਜਾਬ ਦੇ ਹਾਲਾਤਾਂ ਦੀ ਜਿਹੜੀ ਗੱਲ ਕਰਦੇ ਹਾਂ, ਇਹਦੀ ਕਾਟ ਉਹਨਾਂ ਕੋਲੇ ਨਹੀਂ ਹੈਗੀ। ਇਸ ਕਰਕੇ ਇਹ ਦੂਜਾ ਸੱਦਾ ਮਨਜ਼ੂਰ ਕਰ ਲਿਆ ਗਿਆ ਸੀ ਤੇ ਅਸੀਂ ਉੱਥੇ ਜਦੋਂ ਗਏ ਕ੍ਰਿਸ਼ੀ ਭਵਨ ਦੇ ਵਿੱਚ, ਜਿੱਥੇ ਖੇਤੀਬਾੜੀ ਮੰਤਰਾਲੇ ਦਾ ਮਹਿਕਮੇ ਦਾ ਦਫ਼ਤਰ ਵੀ ਹੁੰਦਾ ਹੈ ਮੰਤਰੀ ਦਾ, ਉੱਥੇ ਗਏ ਤਾਂ ਉਹਦੇ ਵਿੱਚ ਦੋ ਗੱਲਾਂ ਤੇ ਪਹਿਲਾਂ ਤਾਂ ਜਿਹੜੀ ਗੱਲ ਅੜੀ, ਪਹਿਲੀ ਗੱਲ ਤਾਂ ਅਸੀਂ ਉਹਨਾਂ ਨੂੰ ਇਹ ਕਹਿ ਰਹੇ ਸੀ ਕਿ ਇੱਕ ਪਾਸੇ ਤਾਂ ਤੁਸੀਂ ਸਾਨੂੰ ਗੱਲਬਾਤ ਦੇ ਲਈ ਸੱਦਿਆ ਤੇ ਦੂਜੇ ਪਾਸੇ ਤੁਹਾਡੇ ਮੰਤਰੀ ਕਿਉਂਕਿ ਉਹ ਭਾਜਪਾ ਦੇ ਲੀਡਰਾਂ ਵਜੋਂ ਨਹੀਂ, ਭਾਰਤ ਸਰਕਾਰ ਦੇ ਮੰਤਰੀਆਂ ਵਜੋਂ ਪੰਜਾਬ ਦੇ ਵਿੱਚ ਵਰਚੁਅਲ ਰੈਲੀਆਂ ਕਰ ਰਹੇ ਆ ਆਨਲਾਈਨ। ਅਸੀਂ ਕਿਹਾ ਵੀ ਇੱਕ ਪਾਸੇ ਤਾਂ ਤੁਸੀਂ ਸਾਨੂੰ ਗੱਲਬਾਤ ਲਈ ਸੱਦ ਰਹੇ ਹੋ ਔਰ ਦੂਜੇ ਪਾਸੇ ਤੁਹਾਡੇ ਮੰਤਰੀ ਪੰਜਾਬ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਤੇ ਕਿਸਾਨ ਸੰਘਰਸ਼ ਦੇ ਵਿਰੋਧ ਵਿੱਚ ਰੈਲੀਆਂ ਇਹ ਕਰ ਰਹੇ, ਵਰਚੁਅਲ ਰੈਲੀਆਂ, ਤੇ ਇਹ ਦੋਗਲਾਪਣ ਕਿਉਂ ਹੈ ਵੀ ਜਾਂ ਤਾਂ ਤੁਸੀਂ ਗੱਲਬਾਤ ਬੰਦ ਕਰ ਲਓ ਤੇ ਫਿਰ ਅਸੀਂ ਜਿਹੜਾ ਕੰਮ ਕਰ ਰਹੇ ਅਸੀਂ ਕਰੀਏ ਤੇ ਤੁਸੀਂ ਕਰ ਰਹੇ ਤੁਸੀਂ ਕਰ ਲਓ, ਤੇ ਜਾਂ ਫਿਰ ਤੁਸੀਂ ਇਹ ਜਿਹੜਾ ਉਹ ਆਪਦੀਆਂ ਵਰਚੁਅਲ ਰੈਲੀਆਂ ਬੰਦ ਕਰ ਦਿਓ ਤੇ ਫਿਰ ਗੱਲਬਾਤ ਹੋ ਸਕਦੀ ਹੈ। ਤਾਂ ਇਹਦੇ ਤੇ ਉਹਨਾਂ ਨੇ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਦਿੱਤਾ। ਤੇ ਦੂਜਾ ਜਿਹੜਾ ਅਸੀਂ ਉਹਨਾਂ ਨੂੰ ਸਵਾਲ ਕਰ ਰਹੇ ਸੀਗੇ, ਸੰਜੇ ਅਗਰਵਾਲ ਜਿਹੜਾ ਉੱਥੋਂ ਦਾ ਸੈਕਟਰੀ ਹੈ, ਹਾਲਾਂਕਿ ਉਹ ਖੇਤੀਬਾੜੀ ਮੰਤਰੀ ਦਾ ਹੀ ਅਧਿਕਾਰੀ ਹੁੰਦਾ ਉਸ ਤੋਂ ਹੇਠਾਂ ਦਾ, ਪਰ ਅਸੀਂ ਕਿਹਾ ਕਿ ਜਿਹੜਾ ਅਧਿਕਾਰੀ ਹੈ ਇਹਦੇ ਕੋਲੇ ਸਾਡੀ ਗੱਲ ਸੁਣ ਤਾਂ ਇਹ ਸਕਦਾ ਪਰ ਇਹਦੇ ਕੋਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਜਾਂ ਉਹਦੇ ਵਿੱਚ ਕੋਈ ਵੀ ਬਦਲਾਅ ਕਰਨ ਦੀ ਕੋਈ ਪਾਵਰ ਨਹੀਂ ਹੈ ਕਾਨੂੰਨੀ ਤੌਰ ਤੇ, ਸੰਵਿਧਾਨਕ ਤੌਰ ਤੇ। ਤੇ ਇਸ ਕਰਕੇ ਸਾਡੀ ਮੰਗ ਸੀ ਕਿ ਤੁਸੀਂ ਇੱਥੇ ਖੇਤੀਬਾੜੀ ਮੰਤਰੀ ਨੂੰ ਭਾਰਤ ਸਰਕਾਰ ਦੇ ਜਾਂ ਪ੍ਰਾਈਮ ਮਿਨਿਸਟਰ ਵੱਲੋਂ ਕਿਸੇ ਹੋਰ ਮੰਤਰੀ ਦੀ ਡਿਊਟੀ ਲੱਗੇ ਜਿਹੜਾ ਇਹ ਅਧਿਕਾਰ ਰੱਖਦਾ ਹੋਵੇ ਕਿ ਉਹ ਬਿੱਲਾਂ ਨੂੰ ਰੱਦ ਕਰਨ ਜਾਂ ਉਹਦੇ ਤੇ ਕੋਈ ਬਰਾਬਰ ਦੀ ਗੱਲਬਾਤ ਕਰ ਸਕਦਾ। ਤਾਂ ਉਹਨਾਂ ਦੋਵਾਂ ਸਵਾਲਾਂ ਤੇ ਗੱਲਬਾਤ ਨਹੀਂ ਬਣੀ ਤੇ ਉਹ ਕੇਂਦਰ ਸਰਕਾਰ ਦਾ ਜਿਹੜਾ ਅਧਿਕਾਰੀ ਸੀ ਸੰਜੇ ਅਗਰਵਾਲ, ਉਹ ਜਿਹੜਾ ਤੋਤਿਆਂ ਵਾਂਗੂ ਰੱਟ ਕੇ ਆਇਆ ਹੋਇਆ ਸੀ, ਜਿਹੜੀ ਗੱਲਾਂ ਭਾਜਪਾ ਦੇ ਲੀਡਰ ਕਰਦੇ ਤੇ ਉਹੀ ਉਹ ਭਾਰਤ ਸਰਕਾਰ ਦਾ ਅਧਿਕਾਰੀ ਕਰ ਰਿਹਾ ਸੀ ਕਿ ਕਿਸਾਨ ਬਿੱਲਾਂ ਦੇ ਇੱਥੇ ਫਾਇਦੇ ਆ ਤੇ ਐਂ ਅਸੀਂ ਕਿਸਾਨੀ ਲਈ ਸੋਚਦੇ ਹਾਂ, ਫਾਇਦੇ ਲਈ ਕਰ ਰਹੇ ਹਾਂ। ਅਸੀਂ ਕਿਹਾ ਤੁਸੀਂ ਇਹ ਨਾ ਸਾਨੂੰ ਗੱਲਾਂ ਦੱਸੋ, ਅਸੀਂ ਸਾਰੇ ਪੜ੍ਹੇ ਲਿਖੇ ਸਮਝਦਾਰ, ਅਸੀਂ ਕਿਸਾਨ, ਇਹ ਨਹੀਂ ਹੈ ਕਿ ਪੰਜਾਬ ਦੇ ਇੰਨੇ
ਲੋਕਾਂ ਦੇ ਨਾਲ ਜੇ ਅਸੀਂ ਧਰਨਿਆਂ ਦੇ ਵਿੱਚ ਬੈਠੇ ਹੋਏ ਆ, ਅਲੱਗ-ਅਲੱਗ ਜਗ੍ਹਾ ਤੇ ਜਾ ਰਹੇ ਆ, ਇਹ ਨਹੀਂ ਹੈ ਕਿ ਅਸੀਂ ਬਿਨਾਂ ਬਿੱਲਾਂ ਨੂੰ ਪੜ੍ਹੇ ਤੋਂ ਜਾਂ ਬਿਨਾਂ ਕਿਸੇ ਜਾਣਕਾਰੀ ਤੋਂ ਤਾਂ ਬੈਠੇ ਨਹੀਂ ਹੋਏ। ਜੇ ਬਿਨਾਂ ਜਾਣਕਾਰੀ ਤੋਂ ਬੈਠੇ ਹੁੰਦੇ ਤਾਂ 2-4 ਦਿਨ ਚੱਲ ਜਾਣੀ ਸੀ ਗੱਲ, ਤੇ ਫਿਰ ਲੈ ਦੇ ਕੇ ਉਹ ਗੱਲ ਜੀ ਮੁੱਕ ਜਾਣੀ ਸੀ, ਜਿਵੇਂ ਬਹੁਤ ਧਰਨਿਆਂ ਜਾਂ ਉਹ ਬੋਲੇ। ਬਿਲਕੁਲ ਜੀ। ਤੇ ਪਰ ਇਹ ਲਗਾਤਾਰ ਇੰਨਾ ਲੰਮਾ ਸੰਘਰਸ਼ ਚੱਲ ਰਿਹਾ, ਤੇ ਇਹਦਾ ਮਤਲਬ ਕਿ ਪੰਜਾਬ ਦੇ ਲੋਕ ਇਹ ਗੱਲ ਸਮਝ ਰਹੇ ਆ ਕਿ ਕਿਹੜੇ ਉਹ ਜਿਹੜੇ ਕੇਂਦਰ ਦੇ ਲੋਕ ਜਿਹੜੇ ਅਧਿਕਾਰੀ ਜਾਂ ਮੰਤਰੀ ਉਹ ਕਿੰਨਾ ਗੈਰ ਸੰਜੀਦਾ ਨੇ ਇਹਦੇ ਪ੍ਰਤੀ। ਤੇ ਇਸ ਕਰਕੇ ਜਦੋਂ ਉਹਨਾਂ ਦਾ ਇਹ ਅਸੀਂ ਵਿਵਹਾਰ ਦੇਖਿਆ ਕਿ ਉਹ ਜਿਹੜੀ ਗੱਲ ਅਸੀਂ ਕਹਿ ਰਹੇ ਸੀ ਕਿ ਅਸੀਂ ਬਿੱਲਾਂ ਨੂੰ ਰੱਦ ਕਰਾਉਣ ਤੋਂ ਘੱਟ ਕਿਸੇ ਗੱਲ ਤੇ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ। ਇੱਕ ਤਾਂ ਬਿੱਲ ਰੱਦ ਕਰ ਦਿਓ, ਪਹਿਲੀ ਮੰਗ ਤਾਂ ਸਾਡੀ ਕਿ ਤਿੰਨੇ ਜਿਹੜੇ ਕਿਸਾਨ ਕਾਨੂੰਨ ਨੇ ਇਹ ਰੱਦ ਹੋਣੇ ਚਾਹੀਦੇ ਆ। ਤੇ ਦੂਜੀ ਜਿਹੜੀ ਮੰਗ ਸੀ ਕਿ ਫਸਲਾਂ ਦੇ ਜਿਹੜੇ ਭਾਅ ਸਵਾਮੀਨਾਥਨ ਕਮਿਸ਼ਨ ਦੇ ਅਨੁਸਾਰ ਉਤੋਂ 50% ਪ੍ਰੋਫਿਟ ਜੋੜ ਕੇ MSP ਉਸ ਹਿਸਾਬ ਨਾਲ ਬਣ ਕੇ ਉਵੇਂ ਦਿੱਤੇ ਜਾਣੇ ਚਾਹੀਦੇ ਆ। ਤੇ ਇਦੋਂ ਘੱਟ ਅਸੀਂ ਕੋਈ ਸਮਝੌਤਾ ਨਹੀਂ। ਇਹ ਨਾ ਅਸੀਂ ਕਿਹਾ ਵੀ ਤੁਸੀਂ ਸਮਝੋ ਵੀ ਕਿ ਅਸੀਂ ਇਹਨੂੰ ਗੱਲਾਂ ਜੀਆਂ ਦੇ ਵਿੱਚ ਲਾ ਕੇ ਇਹਨਾਂ ਨੂੰ ਕਿ ਪੰਜਾਬ ਦੇ ਕਿਸਾਨ ਵੀ ਤੁਹਾਨੂੰ ਲੱਗਦਾ ਵੀ ਕੁੜਤੇ ਪਜਾਮੇ ਵਾਲੇ ਇਹਨਾਂ ਨੂੰ ਕੋਈ ਬਹੁਤੀ ਉਹ ਸਮਝ ਨਾ ਹੋਊਗੀ ਤੇ ਅਸੀਂ ਬਹੁਤ ਆਪਦੀਆਂ ਮਿੱਠੀਆਂ ਗੱਲਾਂ ਜਾਂ ਤਕਨੀਕੀ ਉਲਝਣਾਂ 'ਚ ਫਸਾ ਲਾਂਗੇ, ਤੇ ਇਹ ਨਾ ਤੁਸੀਂ ਸਮਝੋ। ਤੁਸੀਂ ਇਹ ਤੇ ਗੱਲ ਕਰੋ ਵੀ ਰੱਦ ਕਰਨ ਦੇ ਸਵਾਲ ਤੇ ਤੁਸੀਂ ਕੀ ਕਹਿੰਦੇ ਹੋ। ਤਾਂ ਉਹਦੇ ਤੇ ਉਹੀ ਆਪਦਾ ਉਹ ਤੋਤੇ ਰੱਟ ਉਹਨਾਂ ਨੇ ਲਾਈ ਹੋਈ ਸੀ, ਤੇ ਜਿਹਦੇ ਵਿਰੋਧ ਦੇ ਵਿੱਚ ਅਸੀਂ ਸਮੁੱਚੇ ਜਿਹੜੇ ਨੁਮਾਇੰਦੇ ਸੀਗੇ ਜੀ ਜਿਹੜੇ ਗੱਲਬਾਤ ਕਰਨ ਲਈ ਗਏ ਸੀ, ਤਾਂ ਅਸੀਂ ਉਹ ਮੀਟਿੰਗ ਦਾ ਵਾਕਆਊਟ ਕੀਤਾ। ਲਗਭਗ ਅੱਧਾ ਪੌਣਾ ਘੰਟਾ ਉਹ ਮੀਟਿੰਗ ਚੱਲੀ। ਹਾਲਾਂਕਿ ਉਹ ਜਿਹੜੇ ਉਸ ਤੋਂ ਪਹਿਲਾਂ ਉਹਨਾਂ ਨੂੰ ਲਿਖਤੀ ਤੌਰ ਤੇ ਅਸੀਂ ਆਪਣੀ ਮੰਗ ਦੇ ਦਿੱਤੀ ਸੀ। ਕੇਂਦਰ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਮੀਟਿੰਗ 2 ਘੰਟਿਆਂ ਤੱਕ ਚੱਲੀ ਔਰ ਇਸ ਦੇ ਵਿੱਚ ਵਿਚਾਰ ਵਟਾਂਦਰਾ, ਇਹ 'ਚ ਕਿੰਨੀ ਕੁ ਸੱਚਾਈ ਤੁਸੀਂ ਨਹੀਂ, ਉਹ ਝੂਠ ਬੋਲ ਰਹੇ ਉਹ ਬਿਲਕੁਲ। ਇਹ ਗੱਲ ਮੈਂ ਵੀ ਪੜ੍ਹਿਆ ਟ੍ਰਿਬਿਊਨ 'ਚ, ਹੋਰ ਅਖਬਾਰਾਂ ਦੇ ਵਿੱਚ ਵੀ ਉਹਨਾਂ ਦਾ ਬਿਆਨ ਲੱਗਿਆ ਹੈ ਕਿ 2 ਘੰਟੇ ਮੀਟਿੰਗ ਚੱਲੀ। ਤਾਂ ਬਿਲਕੁਲ ਝੂਠ ਬੋਲ ਰਹੇ। ਉਹ ਤਾਂ ਇਸ ਤਰ੍ਹਾਂ ਨੂੰ ਪੇਸ਼ ਕਰ ਰਹੇ ਕਿ ਜਿਵੇਂ ਕੋਈ ਸਫਲ ਮੀਟਿੰਗ ਕਰਕੇ ਕੀਤੀ ਹੋਵੇ ਉਹਨਾਂ ਨੇ ਕਿਸਾਨਾਂ ਦੇ ਨਾਲ। ਤਾਂ ਉਹ ਇਸ ਗੱਲ ਤੋਂ ਹੀ ਸਾਫ਼ ਹੋ ਜਾਂਦਾ ਕਿ ਮਤਲਬ ਜੀ ਉਹ ਤਾਂ ਉੱਤੇ ਕੈਮਰੇ ਲੱਗੇ ਹੁੰਦੇ, ਤੁਸੀਂ ਦੇਖ ਲਓ ਵੀ ਉੱਥੇ ਸਾਡਾ ਅੰਦਰ ਜਾਣ ਦਾ ਉਹ ਕ੍ਰਿਸ਼ੀ ਭਵਨ ਦੇ ਤੇ ਬਾਹਰ ਆਉਣ ਦਾ ਟਾਈਮ ਕਿੰਨਾ ਸੀਗਾ, ਉਹਦੇ ਵਿੱਚ ਕਿੰਨਾ ਫਾਸਲਾ ਹੈ, ਉੱਥੋਂ ਹੀ ਪਤਾ ਲੱਗ ਜੂ ਕਿ 2 ਘੰਟੇ ਤਾਂ ਸਾਰੇ ਨਹੀਂ ਹੋਣੇ ਉਹਦੇ ਵਿੱਚ। ਕਿ ਹਾਲਾਂਕਿ ਮਤਲਬ ਜਾਣ ਆਉਣ ਤੇ ਵੀ ਉਹਦੇ ਵਿੱਚ ਸਮਾਂ ਲੱਗਦਾ, ਉਹ ਵੀ ਨਹੀਂ ਸਾਰੇ ਸ਼ਾਮਲ ਹੋਣੇ। ਇਸ ਕਰਕੇ ਬਹੁਤ ਹਲਕੀ ਗੱਲ ਹੈ ਜਿਹੜੀ ਉਹ ਝੂਠ ਬੋਲ ਰਹੇ ਆ। ਤੇ ਦੂਜੀ ਗੱਲ ਉਹ ਮੰਗ ਪੱਤਰ ਦੀ ਕਹਿ ਰਹੇ, ਤਾਂ ਉਹ ਮੰਗ ਪੱਤਰ ਵੀ ਮਤਲਬ ਪਹਿਲਾਂ ਹੀ ਫੜਾ ਦਿੱਤੇ ਗਏ ਸੀ। ਉਸ ਤੋਂ ਬਾਅਦ ਅਸੀਂ ਵਾਕਆਊਟ ਕਰਕੇ ਬਾਹਰ ਆਏ। ਬਾਹਰ ਆ ਕੇ ਕਿਸਾਨ ਬਿੱਲਾਂ ਦੀਆਂ ਜਿਹੜੀਆਂ ਕਾਪੀਆਂ ਸਾੜੀਆਂ ਜਿਹੜੀਆਂ ਅੰਦਰ ਉਹਨਾਂ ਨੇ ਸਾਨੂੰ ਦਿੱਤੀਆਂ ਸੀ, ਅਸੀਂ ਉਹ ਪਾੜੀਆਂ ਤੇ ਉਹਦਾ ਨਾਅਰੇਬਾਜ਼ੀ ਕਰਕੇ ਉੱਥੇ ਉਹਨਾਂ ਦਾ ਵਿਰੋਧ ਕੀਤਾ ਕਿ ਅਸੀਂ ਬਿੱਲਾਂ ਨੂੰ ਰੱਦ ਕਰਾਉਣ ਤੋਂ ਘੱਟ ਕੁਝ ਵੀ ਨਹੀਂ ਚਾਹੁੰਦੇ ਜੀ। ਇੱਕ ਨੌਜਵਾਨ ਹੋਣ ਦੇ ਨਾਤੇ ਨੌਜਵਾਨ ਹੋ ਕੇ ਤੁਸੀਂ, ਮੈਨੂੰ ਲੱਗਦਾ ਸਭ ਤੋਂ ਨੌਜਵਾਨ ਤੁਸੀਂ ਸੀਗੇ ਸਾਰਿਆਂ ਦੇ ਵਿੱਚੋਂ, ਤੁਸੀਂ ਹੋਵੋਗੇ ਹੈ ਨਾ ਜੀ। ਬਹੁਤ ਛੋਟੀ ਉਮਰ ਦੇ ਵਿੱਚ ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਲਗਾ ਕੇ ਖੜੇ ਹੋ। ਦੂਜੇ ਪਾਸੇ ਤੁਸੀਂ ਪੰਜਾਬ ਦੀ ਰਾਜਨੀਤੀ ਉੱਪਰ ਵੀ ਪੂਰਾ ਪਕੜ ਰੱਖਦੇ ਹੋ, ਤੇ ਇਸ ਤਰੀਕੇ ਨਾਲ ਤੁਸੀਂ ਪੰਜਾਬ ਦੇ ਜਿਹੜੇ ਨੌਜਵਾਨ ਆ ਉਹਨਾਂ ਦੀ ਰਾਜਨੀਤੀ ਪ੍ਰਤੀ ਜਿਹੜੀ ਦਿਲਚਸਪੀ ਬਹੁਤ ਘੱਟ ਹੈ। ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ? ਜਿਵੇਂ ਉਹਨਾਂ ਦੀ ਬੇਰੁਜ਼ਗਾਰੀ ਵੱਲ ਉਹਨਾਂ ਦਾ ਕੋਈ ਖਾਸ ਖਿਆਲ ਨਹੀਂ ਪੰਜਾਬ ਦੇ ਨੌਜਵਾਨਾਂ ਦਾ, ਜਾਂ ਹੋਰ ਕਈ ਪੰਜਾਬ ਦੇ ਨੌਜਵਾਨਾਂ ਦੇ ਕਈ ਮਸਲੇ ਨੇ। ਪੰਜਾਬ ਦੇ ਸਮੁੱਚੇ ਮਸਲੇ, ਜੇ ਆਪਾਂ ਸਾਰੇ ਮਸਲਿਆਂ ਦੀ ਗੱਲ ਕਰੀਏ, ਸਮੁੱਚੇ ਪੰਜਾਬ ਦੇ ਵਿੱਚ ਬਹੁਤ ਸਾਰੇ ਮਸਲੇ ਨੇ, ਇਹਨਾਂ ਉੱਪਰ ਬਹੁਤ ਘੱਟ ਧਿਆਨ ਆ ਪੰਜਾਬ ਦੇ ਨੌਜਵਾਨਾਂ ਦਾ। ਤੇ ਤੁਸੀਂ ਇੱਕ ਨੌਜਵਾਨ ਹੋਣ ਦੇ ਨਾਤੇ ਕੀ ਸੋਚਦੇ ਹੋ ਜੀ? ਜਿੱਥੋਂ ਤੱਕ ਰਾਜਨੀਤੀ ਦੀ ਗੱਲ ਹੈ, ਤਾਂ ਮੈਂ ਸਮਝਦਾ ਹਾਂ ਕਿ ਜੇ ਅਸੀਂ ਥੋੜਾ ਜਿਹਾ ਆਪਦੇ ਇਤਿਹਾਸ ਵੱਲ ਨਜ਼ਰ ਮਾਰੀਏ ਜੀ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਸਿੱਖਾਂ ਨੂੰ 52 ਹੁਕਮ ਦਿੱਤੇ ਸੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਤੇ ਉਹਦੇ ਵਿੱਚ ਇੱਕ 28ਵੇਂ ਨੰਬਰ ਤੇ ਇੱਕ ਹੁਕਮ ਸੀਗਾ ਕਿ ਰਾਜਨੀਤੀ ਪੜ੍ਹਨੀ, ਕਿ ਹਰ ਸਿੱਖ ਲਈ, ਹਰ ਉਹਨਾਂ ਦੇ ਜਿਹੜਾ ਫੋਲੋਅਰ ਹੈ ਉਹਨੂੰ ਰਾਜਨੀਤੀ ਪੜ੍ਹਨੀ ਤੇ ਸਮਝਣੀ ਉਹ ਬਹੁਤ ਜ਼ਰੂਰੀ ਹੈ। ਪਰ ਅੱਜ ਚਾਹੇ ਉਹ ਮੁੱਖ ਧਾਰਾ ਦਾ ਮੀਡੀਆ ਹੈ, ਚਾਹੇ ਸੱਭਿਆਚਾਰ ਦੇ ਉੱਤੇ ਜਿਨ੍ਹਾਂ ਲੋਕਾਂ ਦਾ ਕਬਜ਼ਾ ਹੈ, ਚਾਹੇ ਸਿੱਖ ਧਰਮ ਦੇ ਉੱਤੇ ਜਿਨ੍ਹਾਂ ਨੁਮਾਇੰਦਿਆਂ ਦਾ ਕਬਜ਼ਾ ਹੈ, ਚਾਹੇ ਸਾਡੀ ਰਾਜਨੀਤੀ ਦੇ ਉੱਤੇ ਜਿਨ੍ਹਾਂ ਲੋਕਾਂ ਦਾ ਕਬਜ਼ਾ ਹੈ, ਉਹਨਾਂ ਸਾਰਿਆਂ ਨੇ ਪੰਜਾਬ ਦੀ ਨੌਜਵਾਨੀ ਨੂੰ ਇਸ ਤਰ੍ਹਾਂ ਬੌਧਿਕ ਕੰਗਾਲ ਕਰ ਦਿੱਤਾ ਗਿਆ ਕਿ ਪੰਜਾਬ ਦਾ ਨੌਜਵਾਨ ਇਹ ਸਮਝਦਾ ਵੱਡੇ ਪੱਧਰ ਤੇ ਕਿ ਮੈਂ ਰਾਜਨੀਤੀ ਤੋਂ ਕੀ ਲੈਣਾ। ਜਦ ਕਿ ਮੈਂ ਇਹ ਗੱਲ ਅਕਸਰ ਕਰਦਾ ਹੁੰਦਾ ਕਿ ਸਾਡੇ ਜਨਮ ਤੋਂ ਲੈ ਕੇ ਮਰਨ ਤੱਕ ਹਰ ਚੀਜ਼ ਰਾਜਨੀਤੀ ਤੈਅ ਕਰਦੀ ਹੈ। ਅਸੀਂ ਕੀ ਸੋਚਣਾ, ਕੀ ਖਾਣਾ, ਕੀ ਪੀਣਾ। ਮੰਨ ਲਓ ਅਸੀਂ ਜੇ ਰੋਟੀ ਖਾ ਰਹੇ ਹਾਂ, ਜੇ ਸਾਡੀ ਥਾਲੀ ਦੇ ਵਿੱਚ, ਅਕਸਰ ਮੈਂ ਗੱਲ ਕਰਦਾ ਹੁੰਦਾ ਕਿ ਜੇ ਅੱਜ ਗੰਢੇ 20 ਰੁਪਏ ਹੈ ਤੇ ਜੇ ਕੱਲ ਨੂੰ 120 ਰੁਪਏ ਕਿਲੋ ਹੋ ਜਾਂਦੇ ਆ, ਤਾਂ ਅੱਧੇ ਜਿਹੜੇ 50% ਤੋਂ ਵੱਧ ਲੋਕਾਂ ਦੀ ਥਾਲੀ 'ਚੋਂ ਗੰਢੇ ਗਾਇਬ ਹੋ ਜਾਣਗੇ। ਤੇ ਇਹਦਾ ਮਤਲਬ ਸਾਡੀ ਥਾਲੀ ਤੋਂ ਹੀ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਸਾਡੀ ਰਾਜਨੀਤੀ ਦਿਲਚਸਪੀ ਨਹੀਂ ਹੈ, ਕਿਉਂਕਿ ਇਹ ਗੱਲ ਜ਼ਿਆਦਾ ਮਹੱਤਵਪੂਰਨ ਹੈ ਕਿ ਰਾਜਨੀਤੀ ਦੀ ਸਾਡੇ ਵਿੱਚ ਦਿਲਚਸਪੀ ਹੈ। ਤੇ ਜੇ ਅਸੀਂ ਆਪਦੀ ਰਾਜਨੀਤੀ ਤੈਅ ਨਹੀਂ ਕਰਦੇ
ਤਾਂ ਫਿਰ ਇਹ ਸਾਨੂੰ ਸਮਝ ਲੈਣਾ ਚਾਹੀਦਾ ਕਿ ਰਾਜਨੀਤੀ ਨੇ ਸਾਡੀ ਹੋਣੀ ਤੈਅ ਕਰਨੀ ਹੈ। ਤੇ ਰਾਜਨੀਤੀ ਦਾ ਮਤਲਬ ਇਹੀ ਨਹੀਂ ਹੈ ਕਿ ਮੈਂ ਇਹਨੂੰ ਗੱਲ ਕਰਾਂ ਸੰਖੇਪ 'ਚ ਕਿ ਇਹੀ ਮਤਲਬ ਨਹੀਂ ਹੈ ਕਿ ਅਸੀਂ ਵੋਟਾਂ ਕਿਹਨੂੰ ਪਾਉਣੀਆਂ ਜਾਂ ਕਿਹਨੂੰ ਨਹੀਂ ਪਾਉਣੀਆਂ, ਜਾਂ ਕੋਈ ਵੋਟਾਂ 'ਚ ਖੜ ਗਿਆ ਉਹਦੇ ਮਗਰ ਲੱਗ ਤੁਰਨਾ। ਇਹੀ ਰਾਜਨੀਤੀ ਨਹੀਂ ਹੈ। ਰਾਜਨੀਤੀ ਹੈ ਕਿ ਸਾਡਾ ਸੋਚਣ ਦਾ, ਸਾਡਾ ਸਮਾਜ ਨੂੰ ਵੇਖਣ ਦਾ ਨਜ਼ਰੀਆ ਕੀ ਹੈ, ਸਾਡੀਆਂ ਜਿਹੜੀ ਸਾਰੀ ਦੀ ਸਾਰੀ ਵਿਚਾਰ ਹੈ ਸਾਡਾ, ਉਹ ਮਲਕ ਭਾਗੋ ਦੇ ਹੱਕ 'ਚ ਖੜਦਾ ਕਿ ਉਹ ਭਾਈ ਲਾਲੋ ਦੇ ਹੱਕ 'ਚ ਖੜਦਾ। ਅਸੀਂ ਜਿਹੜੇ ਵੀ ਲੀਡਰ ਸਾਡੇ ਸਾਹਮਣੇ ਆਉਂਦੇ ਉਹਨਾਂ ਨੂੰ ਜਦੋਂ ਅਸੀਂ ਸਵਾਗਤ ਕਰਦੇ ਹਾਂ, ਉਹਨਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕਰਦੇ ਹਾਂ ਕਿ ਸਵਾਲਾਂ ਦਾ ਹਾਰ ਪਾ ਕੇ ਉਹਨਾਂ ਦਾ ਸਵਾਗਤ ਕਰਦੇ ਹਾਂ। ਇਹ ਗੱਲਾਂ ਮੈਨੂੰ ਲੱਗਦਾ ਕਿ ਇਹਦੇ ਪ੍ਰਤੀ ਨੌਜਵਾਨੀ ਨੂੰ ਚੇਤਨ ਹੋਣ ਦੀ ਲੋੜ ਹੈ। ਹਾਲਾਂਕਿ ਇਹ ਥੋੜੀ ਉਤਸ਼ਾਹ ਵਾਲੀ ਗੱਲ ਹੈ ਕਿ ਜਿਹੜਾ ਕਿਸਾਨੀ ਅੰਦੋਲਨ ਹੈ ਉਹਦੇ ਵਿੱਚ ਨੌਜਵਾਨੀ ਵੱਡੀ ਗਿਣਤੀ ਦੇ ਵਿੱਚ ਆ ਰਹੀ ਹੈ। ਤੇ ਜੇ ਆਪਾਂ ਗੱਲ ਕਰੀਏ ਭਾਜਪਾ ਦਾ ਜਿਹੜਾ ਸ਼ੁਰੂ ਤੋਂ ਪੂਰੇ ਦੇਸ਼ ਦੇ ਵਿੱਚ ਰਵੱਈਆ ਰਿਹਾ ਹੈ, ਕਸ਼ਮੀਰ ਦੇ ਵਿੱਚ ਜਿਸ ਤਰੀਕੇ ਨਾਲ ਧਾਰਾ 370 ਖਤਮ ਕਰਨੀ, ਉਹਨਾਂ ਦੇ ਜਿਹੜੇ ਸੂਬਿਆਂ ਦੇ ਹੱਕ ਖੋਹਣੇ ਤੇ ਕੇਂਦਰੀਕਰਨ ਦਾ ਮੇਨ ਜਿਹੜਾ ਸਾਰਾ ਕੁਝ ਇੱਕ ਬੋਲੀ ਇੱਕ ਦੇਸ਼ ਦੇ ਤੇ ਭਾਗਵਾਂਕਰਨ ਦੇਸ਼ ਦਾ ਜਿਸ ਤਰੀਕੇ ਨਾਲ ਹੋ ਰਿਹਾ ਹੈ, ਇੱਕ ਬੋਲੀ ਇੱਕ ਦੇਸ਼ ਹੁਣ ਇੱਕ ਮੰਡੀ ਦੀ ਗੱਲ ਕੀਤੀ ਜਾ ਰਹੀ ਹੈ। ਤੇ ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਭਾਜਪਾ ਇੱਕ ਸਾਰੀਆਂ ਸ਼ਕਤੀਆਂ ਆਪਣੇ ਕੋਲ ਇਕੱਠੀਆਂ ਕਰ ਰਹੀ ਹੈ, ਸੂਬਿਆਂ ਦੇ ਜਿਹੜੇ ਅਧਿਕਾਰ ਖੋਹ ਕੇ ਤੇ ਕੇਂਦਰ ਦੇ ਕੋਲ ਇੱਕ ਤਰ੍ਹਾਂ ਨਾਲ ਇਕੱਠੇ ਕੀਤੇ ਜਾ ਰਹੇ ਆ? ਜੀ ਹਾਂ, ਬਿਲਕੁਲ ਇਹ ਆਪਾਂ ਸਮਝ ਹੀ ਸਕਦੇ ਹਾਂ ਕਿ ਉਹਨਾਂ ਦਾ ਜਿਹੜਾ ਏਜੰਡਾ ਹੈ ਉਹ ਇੱਕ ਹਿੰਦੂ ਰਾਸ਼ਟਰ ਦਾ ਇੱਕ ਤਾਂ ਏਜੰਡਾ ਲੈ ਕੇ ਚੱਲਦੇ ਹੈ ਜੀ। ਤੇ ਦੂਜੀ ਗੱਲ ਕਿ ਉਹ ਜਿਹੜਾ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਸੱਤਾ ਦੇ ਵਿੱਚ ਪਹੁੰਚਾਇਆ, ਚਾਹੇ ਉਹ ਅੰਬਾਨੀ ਹੈ, ਚਾਹੇ ਉਹ ਅਡਾਨੀ ਹੈ, ਜਾਂ ਹੋਰ ਇਸ ਤਰ੍ਹਾਂ ਦੇ ਕਾਰਪੋਰੇਟ ਘਰਾਣੇ ਨੇ, ਉਹ ਸਾਰੀਆਂ ਦੀਆਂ ਸਾਰੀਆਂ ਨੀਤੀਆਂ ਦੇ ਕੇਂਦਰ ਵਿੱਚ ਉਹਨਾਂ ਦੇ ਕੋਈ ਕਿਰਤੀ ਵਰਗ ਨਹੀਂ ਹੁੰਦਾ, ਉਹ ਅੰਬਾਨੀ ਤੇ ਅਡਾਨੀ ਹੁੰਦੇ ਆ ਕਿ ਉਹਨਾਂ ਨੂੰ ਕਿਸ ਤਰ੍ਹਾਂ ਫਾਇਦਾ ਬਚਾਇਆ ਜਾਵੇ। ਤਾਂ ਮੈਨੂੰ ਲੱਗਦਾ ਕਿ ਇਹਨਾਂ ਦੋਵਾਂ ਗੱਲਾਂ ਦੇ ਪ੍ਰਤੀ ਹੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਇੱਕ ਤਾਂ ਪਹਿਲੀ ਗੱਲ ਜਿਵੇਂ ਆਪਾਂ ਕੀਤੀ ਕਿ ਚਾਹੇ ਰਾਮ ਮੰਦਿਰ ਦਾ ਸਵਾਲ ਜਾਂ ਕਸ਼ਮੀਰ ਦੇ ਵਿੱਚ ਲੋਕਾਂ ਨੂੰ ਕਿਵੇਂ ਦਬਾਇਆ ਗਿਆ, ਉਹਨਾਂ ਦੇ ਬੰਦੂਕ ਦੀ ਨੋਕ ਤੇ ਉਹਦੇ ਵਿੱਚ ਲੋਕਤੰਤਰ ਦਾ ਕਤਲ ਕੀਤਾ ਗਿਆ ਕਿਵੇਂ, ਤੇ ਉਹਨਾਂ ਤੋਂ ਸੂਬਾ ਹੋਣ ਦਾ ਹੀ ਦਰਜਾ ਖੋਲਿਆ ਗਿਆ। ਤੇ ਜਿਹੜੇ ਵੀ ਸੂਬੇ ਉਹਨਾਂ ਨੂੰ ਲੱਗਦਾ ਸੀ ਕਿ ਸੂਬੇ ਤੰਗ ਕਰਦੇ ਆ ਵੀ ਇੱਥੋਂ ਕੋਈ ਵਿਦਰੋਹ ਉੱਠ ਸਕਦਾ, ਚਾਹੇ ਉਹ ਕਸ਼ਮੀਰ ਆ, ਚਾਹੇ ਪੰਜਾਬ ਆ, ਜਾਂ ਹੋਰ ਦੱਖਣ ਦੇ ਕੁਝ ਸੂਬੇ ਨੇ, ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਦਬਾ ਰਹੇ ਨੇ। ਤੇ ਉਹਦੇ ਵਿੱਚ ਹਰ ਵਾਰੀ ਇਹ ਮਸਲੇ ਨੂੰ ਹਿੰਦੂ ਮੁਸਲਮਾਨ ਜਾਂ ਹਿੰਦੂ ਸਿੱਖਾਂ ਦੀ ਰੰਗਤ ਦੇ ਕੇ, ਫਿਰਕਾ ਪ੍ਰਸਤੀ ਦੀ ਰੰਗਤ ਦੇ ਕੇ ਤੇ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਇੱਕ ਵੱਡਾ ਜਿਹੜਾ ਹਿੰਦੂਆਂ ਦਾ ਧੜਾ ਹੈ ਉਹ ਸਾਡੇ ਨਾਲ ਹੋ ਜੇ। ਪਰ ਜਦ ਕਿ ਮੈਂ ਇਹ ਗੱਲ ਹਿੰਦੂਆਂ ਨੂੰ ਵੀ, ਹਿੰਦੂ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੂੰ ਵੀ ਇਹ ਗੱਲ ਕਹਿਣੀ ਚਾਹੂੰਗਾ ਕਿ ਤੁਸੀਂ ਦੇਖੋ ਕਿ ਜੇ ਉਹ BSNL ਵੇਚਦੇ ਆ ਤਾਂ ਉਹਦੇ 'ਚ ਸਿਰਫ ਮੁਸਲਮਾਨਾਂ ਦੀਆਂ ਨੌਕਰੀਆਂ ਹੀ ਨਹੀਂ ਜਾਣਗੀਆਂ, ਹਿੰਦੂਆਂ ਦੀਆਂ ਨੌਕਰੀਆਂ ਵੱਡੇ ਪੱਧਰ ਤੇ ਜਾਣਗੀਆਂ, ਜਾਂ ਹੋਰ ਸਰਕਾਰੀ ਅਦਾਰੇ ਜਿਵੇਂ ਉਹ ਵੇਚ ਰਹੇ ਆ, ਤਾਂ ਉਹਦੇ ਵਿੱਚ ਹਿੰਦੂਆਂ ਦਾ ਵੀ ਉਸੇ ਤਰ੍ਹਾਂ ਦਾ ਨੁਕਸਾਨ ਹੈ। ਤੇ ਇਸ ਕਰਕੇ ਇਹ ਗੱਲ ਵੀ ਸਮਝਣੀ ਚਾਹੀਦੀ ਵੀ ਜਿਵੇਂ ਪੰਜਾਬ ਦੇ ਵਿੱਚ ਬਾਦਲਾਂ ਨੇ ਪੰਜਾਬ ਦੇ ਲੋਕਾਂ ਨੂੰ ਪੰਥ ਨੂੰ ਖਤਰਾ ਕਹਿ ਕੇ ਲੁੱਟਿਆ, ਉਹਨਾਂ ਕੀ ਉਸੇ ਤਰ੍ਹਾਂ ਹੀ ਇਹ ਹਿੰਦੂਆਂ ਨੂੰ ਜਿਹੜਾ ਹੈਗਾ ਹਿੰਦੂ ਰਾਸ਼ਟਰ ਦੇ ਨਾਂ ਤੇ ਮੂਰਖ ਬਣਾ ਰਹੇ ਆ। ਦੂਜੀ ਗੱਲ, ਜਿਹੜਾ ਸਾਡਾ ਸੰਵਿਧਾਨ ਵੀ ਕਹਿੰਦਾ ਹੈ ਕਿ ਫੈਡਰਲ ਸਟਰਕਚਰ, ਰਿਪਬਲਿਕ ਆਫ ਇੰਡੀਆ ਜਿਹਨੂੰ ਅਸੀਂ ਕਹਿੰਦੇ ਆ ਕਿ ਰਿਪਬਲਿਕ ਹੈ, ਇਹ ਇੱਕ ਗਣਤੰਤਰ ਹੈ, ਇਹਦੇ ਵਿੱਚ ਇੱਕ ਫੈਡਰਲ ਸਟਰਕਚਰ ਦੇ ਅਨੁਸਾਰ ਚੱਲੂਗਾ ਸਿਸਟਮ, ਕਿ ਜਿਹਦੇ ਵਿੱਚ ਕੇਂਦਰੀਕਰਨ ਦੀ ਬਜਾਏ ਵਿਕੇਂਦਰੀਕਰਨ ਹੋਵੇਗਾ, ਹੇਠਾਂ ਤੋਂ ਤਾਂ ਨੂੰ ਸ਼ਕਤੀਆਂ ਆਉਣਗੀਆਂ। ਪਰ ਇਹ ਕੀ ਕਰ ਰਹੇ ਹੈ ਕਿ ਹਾਲਾਂਕਿ ਲੰਮੇ ਸਮੇਂ ਦੇ ਵਿੱਚ ਕਾਂਗਰਸ ਨੇ ਵੀ ਕੋਈ ਬਹੁਤੀ ਭਲੀ ਨਹੀਂ ਗੁਜ਼ਾਰੀ ਪੰਜਾਬ ਦੇ ਨਾਲ, ਤੇ ਉਹ ਜਿਹੜੀਆਂ ਲਗਾਤਾਰ ਜਿਹੜੀਆਂ ਉਹ ਸਮਵਰਤੀ ਸੂਚੀ ਵਾਲੀਆਂ ਤੇ ਜਿਹੜੀਆਂ ਰਾਜਾਂ ਦੀ ਸੂਚੀ ਵਾਲੀਆਂ ਉਹ ਲਗਾਤਾਰ ਲੈ ਦੇ ਕੇ ਉਹ ਕੇਂਦਰ ਵਾਲੇ ਪਾਸੇ ਨੂੰ ਸਾਰੀਆਂ ਦੀਆਂ ਸਾਰੀਆਂ ਸ਼ਕਤੀਆਂ ਡਾਇਵਰਟ ਕੀਤੀਆਂ ਜਾ ਰਹੀਆਂ ਲੰਮੇ ਸਮੇਂ ਦੇ ਵਿੱਚੋਂ। ਤੇ ਇਸੇ ਤਰ੍ਹਾਂ ਹੀ ਜਿਵੇਂ ਇਹ ਖੇਤੀ ਵਾਲਾ ਮਸਲਾ ਵੀ ਸੀਗਾ, ਇਹ ਸਟੇਟ ਦਾ ਮਸਲਾ ਹੈ, ਪਰ ਸਟੇਟ ਲਿਸਟ ਦੇ ਵਿੱਚ ਹੈ, ਪਰ ਇਹਦੇ ਤੇ ਵੀ ਉਹਨਾਂ ਨੇ ਕਾਨੂੰਨ ਬਣਾ ਦਿੱਤੇ ਹੈ। ਤੇ ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੀ ਹੋਂਦ ਦਾ ਮਸਲਾ ਹੈ, ਸਿਰਫ ਪੰਜਾਬ ਹੀ ਨਹੀਂ, ਇਹ ਸਮੁੱਚੇ ਰਾਜਾਂ ਦੀ ਹੋਂਦ ਦਾ ਮਸਲਾ, ਤੇ ਰਾਜਾਂ ਨੂੰ ਇਸ ਗੱਲ ਤੇ ਇਕਮੁੱਠ ਹੋਣਾ ਚਾਹੀਦਾ ਹੈ ਕਿ ਇਹ ਜਿਹੜਾ ਹੈਗਾ ਸੂਬਿਆਂ ਤੋਂ ਕਿਵੇਂ ਸ਼ਕਤੀਆਂ ਖੋਹ ਕੇ ਇੱਕ ਵਿਅਕਤੀ ਦੀ ਤਾਨਾਸ਼ਾਹੀ ਵਾਲੇ ਪਾਸੇ ਨੂੰ ਦੇਸ਼ ਨੂੰ ਲਿਆ ਜਾਇਆ ਜਾ ਰਿਹਾ, ਉਹਦੇ ਤੇ ਵੀ ਸਾਨੂੰ ਚੇਤਨ ਹੋਣਾ ਚਾਹੀਦਾ। ਤੇ ਜਿਵੇਂ ਦੂਜੇ ਪਾਸੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਫਿਰਕਾ ਪ੍ਰਸਤ ਏਜੰਡਾ ਜਿਹੜਾ ਇਹ ਲਾਗੂ ਕਰਦੇ ਆ, ਪੰਜਾਬ 'ਚ ਵੀ ਇਹ ਸ਼ੁਰੂ ਹੋ ਗਿਆ। ਹੁਣ ਤੁਸੀਂ ਦੇਖੋ ਕਿ ਪਿਛਲੀ ਵਾਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਉਦੋਂ ਵੀ ਕਿਸਾਨ ਅੰਦੋਲਨ ਸਿਖਰਾਂ ਤੇ ਚੱਲ ਰਿਹਾ ਸੀ, ਰੇਲਾਂ ਰੋਕੀਆਂ ਹੋਈਆਂ ਸੀਗੀਆਂ, ਤੇ ਉਸ ਤੋਂ ਬਾਅਦ ਹੁਣ ਜਦੋਂ ਕਿਸਾਨ ਅੰਦੋਲਨ ਸਿਖਰਾਂ ਤੇ ਹੈ ਤੇ ਪਿੰਡਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਫੇਰ ਬੇਅਦਬੀ ਸ਼ੁਰੂ ਹੋ ਗਈ ਹੈ। ਤੇ ਇਹ ਸਾਨੂੰ ਸੋਚਣਾ ਚਾਹੀਦਾ ਕਿ ਕਿਤੇ ਉਹਨਾਂ ਹੀ ਲੋਕਾਂ ਦਾ ਹੱਥ ਤਾਂ ਨਹੀਂ ਹੈਗਾ ਇਹਦੇ ਪਿੱਛੇ ਕਿ ਜਿਹੜੇ ਲੋਕ, ਜਿਨ੍ਹਾਂ ਲੋਕਾਂ ਨੂੰ ਇਸ ਅੰਦੋਲਨ ਤੋਂ ਖਤਰਾ ਹੈ। ਤੇ ਇਹਦੇ ਨਾਲ ਹੀ ਭਾਜਪਾ ਦੇ ਬਹੁਤ ਸੀਨੀਅਰ ਲੀਡਰਾਂ ਦੇ ਬਿਆਨ ਆ ਰਹੇ ਆ, ਸੋਸ਼ਲ ਮੀਡੀਆ ਤੇ ਇਹ ਗੱਲ ਫੈਲਾਈ ਜਾ ਰਹੀ ਹੈ ਕਿ ਜੀ ਪੰਜਾਬ ਦੇ ਜਿਹੜੇ ਸਿੱਖ ਕਿਸਾਨ ਹੈ ਹਿੰਦੂਆਂ ਦਾ ਵਿਰੋਧ ਕਰ ਰਹੇ ਆ। ਤਾਂ ਉਹਦੇ ਲਈ ਤਾਂ ਮੈਂ ਇੱਕੋ ਗੱਲ 'ਚ ਇਹ ਤਾਂ ਜਵਾਬ ਦੇ ਦਿਆਂ ਇਹਨਾਂ ਨੂੰ ਕਿ ਅਸੀਂ ਕਹਿੰਦੇ ਕਿ ਭਾਈ ਜੇ ਤੁਹਾਨੂੰ ਇਹ ਲੱਗਦਾ ਵੀ ਹਿੰਦੂ ਹੋਣ ਕਰਕੇ ਉਹਨਾਂ ਦਾ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ, ਤਾਂ ਤੁਸੀਂ ਕਿਸੇ ਪੱਗ ਵਾਲੇ ਨੂੰ ਪ੍ਰਧਾਨ ਲਾ ਕੇ ਵੇਖ ਲਓ ਭਾਜਪਾ ਦਾ, ਤੁਸੀਂ ਉਹਨਾਂ ਨੂੰ ਖੰਡ ਪੈਂਦੀ ਵੇਖ ਲਿਓ ਕਿ ਪੰਜਾਬ ਦੇ ਲੋਕ ਪਾਉਣਗੇ ਜਿਹੜੇ ਉਹਨਾਂ ਦੇ ਚਾਹੇ ਹਰਦੀਪ ਪੁਰੀ ਹੈ ਜਾਂ ਹੋਰ ਹੈ ਜਾਂ
ਉਹਨਾਂ ਦੇ ਬੁਲਾਰੇ ਵੀ ਹੈਗੇ ਆ, ਕਿਉਂਕਿ ਅਸੀਂ ਤਾਂ ਵਿਰੋਧ ਉਹਨਾਂ ਦੀਆਂ ਨੀਤੀਆਂ ਨੂੰ ਲੈ ਕੇ ਕਰ ਰਹੇ ਹਾਂ ਨਾ। ਸਾਡੇ ਇਸ ਗੱਲ ਨੂੰ ਨਹੀਂ ਹੈ ਕਿ ਕੋਈ ਹਿੰਦੂ ਹੈ ਜਾਂ ਸਿੱਖ ਹੈ ਜਾਂ ਜਿਹੜਾ ਵੀ ਬੰਦਾ ਵੱਡੇ ਪੱਧਰ ਤੇ ਜਿਹੜੇ ਜ਼ਿਲ੍ਹਾ ਪ੍ਰਧਾਨ ਵੀ ਉਹਨਾਂ ਦੀ ਤਿਆਰੀ ਕੁਝ ਇਸ ਤਰ੍ਹਾਂ ਦੀ ਹੈ ਕਿ ਸਿੱਖ ਚਿਹਰੇ ਉਹਨਾਂ ਨੇ ਵੱਡੇ ਪੱਧਰ ਤੇ ਜ਼ਿਲ੍ਹਾ ਪ੍ਰਧਾਨ ਲਗਾਏ ਨੇ, ਜਿਹੜੇ ਤਰੀਕੇ ਨਾਲ ਤਿਆਰੀਆਂ ਚੋਣਾਂ ਦੀਆਂ ਤਿਆਰੀਆਂ ਉਸ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਨੇ ਜੀ। ਹਾਂ, ਚੋਣਾਂ ਦੀਆਂ ਤਿਆਰੀਆਂ ਤਾਂ ਇਹ ਕਰੀ ਜਾਣ, ਬੇਸ਼ੱਕ ਜਮ ਕਰਨ, ਪਰ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਪੰਜਾਬ 'ਚ ਐਤਕੀ ਇਹਨਾਂ ਦਾ ਜਲੂਸ ਬਹੁਤ ਨਿਕਲੂਗਾ। ਜਿਹੜੇ ਕੋਈ ਇਹਨਾਂ ਦੇ 1-2 MLA ਤੇ ਜਿਹੜਾ ਪਹਿਲਾਂ ਇਹਨਾਂ ਦੇ ਕੋਈ ਮੰਤਰੀ ਵੀ ਬਣ ਗਏ, ਹੁਣ ਉਹਦੀ ਕੋਈ ਸੰਭਾਵਨਾ ਨਹੀਂ ਹੈ, ਕਿਉਂਕਿ ਤੁਸੀਂ ਕਿਸੇ ਵੀ ਪੰਜਾਬ ਦੇ ਪਿੰਡ 'ਚ ਚਲੇ ਜਾਓ ਤੇ ਉੱਥੇ ਗੱਲ ਕਰ ਲਓ ਤੇ ਵੱਡੇ ਪੱਧਰ ਤੇ ਲੋਕ, ਜੇ 100 ਚੋਂ 98 ਤੋਂ ਵੱਧ ਲੋਕ ਤੁਹਾਨੂੰ ਮਿਲ ਜਾਣਗੇ ਜਿਹੜੇ ਇਹਨਾਂ ਦੇ ਖਿਲਾਫ ਗੱਲ ਕਰਦੇ ਆ। ਤੇ ਇਹਦੇ ਨਾਲ ਹੀ ਬਹੁਤ ਸਾਰੇ ਪੰਜਾਬ ਦੇ ਪਿੰਡਾਂ 'ਚ ਪੋਸਟਰ ਲੱਗ ਗਿਆ ਕਿ ਭਾਜਪਾ ਦੇ ਲੀਡਰ ਸਾਡੇ ਪਿੰਡਾਂ ਦੇ ਵਿੱਚ ਵੜਨ, ਤੇ ਇਹਦੇ ਨਾਲ ਹੀ ਜਿਹੜਾ ਵੀ ਬੰਦਾ, ਕਿਉਂਕਿ ਕੇਂਦਰ ਨਾਲ ਪੰਜਾਬ ਦੀ ਤੇ ਕੇਂਦਰ ਸਰਕਾਰ ਦੀ ਸਿੱਧੀ ਲੜਾਈ ਹੋ ਚੁੱਕੀ ਹੈ ਤੇ ਕਿਸਾਨੀ ਘੋਲ ਨੇ ਅੱਗੇ ਹੋਰ ਤਿੱਖਾ ਹੋਣਾ ਹੈ, ਲੰਮਾ ਚੱਲਣਾ ਹੈ, ਕਿਉਂਕਿ ਮਸਲਾ ਪੰਜਾਬ ਦੀ ਹੋਂਦ ਦਾ ਹੈ। ਖੇਤੀਬਾੜੀ ਦੇ ਨਾਲ ਪੰਜਾਬ ਦਾ ਸਾਰਾ ਫਲਸਫਾ, ਸਾਰਾ ਇਤਿਹਾਸ ਹੈ। ਉਹ ਧਰਤੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਹਲ ਵਾਹਿਆ। ਇਸ ਕਰਕੇ ਜਿੱਥੇ ਅੰਬਾਨੀਆਂ ਅਡਾਨੀਆਂ ਦੇ ਫਾਰਮ ਜੇ ਕੋਈ ਚਾਹੁੰਦਾ ਕਿ ਬਣਾ ਲੂਗਾ ਤੇ ਉਹ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਜਦੋਂ ਤੱਕ ਅਸੀਂ ਪੰਜਾਬ ਦੇ ਨੌਜਵਾਨ ਜਿਉਂਦੇ ਹਾਂ, ਗੁਰੂ ਸਾਹਿਬ ਦੇ ਵਾਰਸ ਜਿਉਂਦੇ ਹਾਂ। ਤੇ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਕੇਂਦਰ ਨਾਲ ਸਿੱਧੀ ਲੜਾਈ ਹੈ ਪੰਜਾਬ ਦੇ ਕਿਸਾਨਾਂ ਦੀ, ਸਮੁੱਚੇ ਪੰਜਾਬੀਆਂ ਦੀ। ਤੇ ਜਿਹੜਾ ਵੀ ਇਹਦੇ ਵਿੱਚ ਪੰਜਾਬ ਨਾਲ ਗਦਾਰੀ ਕਰਕੇ ਕੇਂਦਰ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦੀ ਗੱਲ ਕਰੂਗਾ, ਜਾਂ ਜਿਵੇਂ ਕਿ ਪਹਿਲਾਂ ਬਾਦਲਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਹੱਕ ਦੇ ਵਿੱਚ, ਤਾਂ ਜੋ ਉਹਨਾਂ ਦਾ ਹਸ਼ਰ ਹੋਇਆ ਕਿ ਉਹ ਅਸਤੀਫੇ ਦੇ ਕੇ ਤੇ ਗੱਠਜੋੜ ਤੋੜ ਕੇ ਵੀ ਲੋਕ ਅੱਜ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਹੇ, ਲੋਕਾਂ ਨੂੰ ਪਤਾ, ਤੇ ਉਹ ਬਾਕੀਆਂ ਦਾ ਵੀ ਉਸੇ ਤਰ੍ਹਾਂ ਦਾ ਹੀ ਹਾਲ ਹੋਊਗਾ। ਇਸ ਕਰਕੇ ਸੁਚੇਤ ਰਹਿਣਾ ਚਾਹੀਦਾ ਉਹ ਜਿਹੜੇ ਬੰਦੇ ਕੋਈ ਉਹਨਾਂ ਦੀ ਗੱਲ ਕਰਦੇ ਹਜੇ ਵੀ ਪੰਜਾਬੀ ਹੋਣ ਦੇ ਬਾਵਜੂਦ ਵੀ। ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਕਿਸਾਨੀ ਸੰਘਰਸ਼ ਅੱਗੇ ਹੋਰ ਵੀ ਤਿੱਖਾ ਹੋਵੇਗਾ, ਕੋਈ ਗਤੀਵਿਧੀਆਂ ਕਿਸਾਨੀ ਸੰਘਰਸ਼ ਦੀਆਂ ਤੁਹਾਡੇ, ਕਿਉਂਕਿ ਤੁਸੀਂ ਕਿਸਾਨੀ ਸੰਘਰਸ਼ 'ਚ ਜ਼ਮੀਨੀ ਪੱਧਰ ਤੇ ਜੁੜੇ ਹੋਏ ਹੋ, ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਗਤੀਵਿਧੀਆਂ ਹੋ ਸਕਦੀਆਂ ਨੇ? ਜੀ, ਇਹਦੇ ਵਿੱਚ ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਜਿਹੜਾ ਦਿੱਲੀ ਮੀਟਿੰਗ ਹੋਈ ਸਾਡੀ, ਉਹਦੇ ਵਿੱਚ ਕੇਂਦਰ ਸਰਕਾਰ ਦਾ ਜਿਹੜਾ ਬਹੁਤ ਗੈਰ ਗੰਭੀਰ ਤੇ ਬਹੁਤ ਬਚਕਾਨਾ ਤੇ ਮਾੜਾ ਰਵੱਈਆ ਸੀਗਾ ਕਿ ਉਹਨੂੰ ਅਸੀਂ ਇੱਕ ਤਰ੍ਹਾਂ ਨਾਲ ਪੰਜਾਬ ਦੇ ਕਿਸਾਨ ਡੈਲੀਗੇਸ਼ਨ ਦਾ ਔਰ ਸਮੁੱਚੇ ਪੰਜਾਬੀਆਂ ਦੀ ਬੇਇੱਜ਼ਤੀ ਸਮਝਦਿਆਂ ਹੋਇਆਂ ਉਹਦੇ ਖਿਲਾਫ ਇਸ 17 ਤਰੀਕ ਨੂੰ ਕੱਲ ਨੂੰ ਹੀ ਉਹਦੇ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕਣ ਦਾ ਜਿਹੜਾ ਹੈਗਾ ਪਿੰਡੋ ਪਿੰਡ ਇਹ ਐਲਾਨ ਕੀਤਾ ਗਿਆ। ਤੇ ਇਹਦੇ ਨਾਲ ਚਾਹੇ ਉਹ ਰੇਲਾਂ ਰੋਕਣ ਦਾ ਜਿਹੜਾ ਸੰਘਰਸ਼ ਚੱਲਿਆ ਹੋਇਆ, ਚਾਹੇ ਪੰਜਾਬ ਦੇ ਟੋਲ ਪਲਾਜ਼ੇ ਘੇਰੇ ਹੋਇਆ ਕਿਸਾਨਾਂ ਨੇ, ਚਾਹੇ ਉਹ BJP ਦੇ ਆਗੂਆਂ ਦੇ, ਉਹ ਅਸੀਂ ਫੈਸਲਾ ਕੀਤਾ ਕਿ ਜ਼ਿਲ੍ਹਾ ਪੱਧਰ ਤੋਂ ਉੱਪਰ ਤੇ ਇਹਨਾਂ ਦੇ MLA MP ਤੇ ਉਹ ਸਾਬਕਾ ਤੇ ਮੌਜੂਦਾ ਸਾਰਿਆਂ ਦੇ ਉਹ ਘਰ ਉਸੇ ਤਰ੍ਹਾਂ ਘਿਰਾਓ ਜਾਰੀ ਰਹਿਣਗੇ। ਇਹਨਾਂ ਨੂੰ ਕੋਈ ਪਬਲਿਕ ਮੀਟਿੰਗ ਨਹੀਂ ਪੰਜਾਬ 'ਚ ਕਰਨ ਦਿੱਤੀ ਜਾਊਗੀ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ। ਤੇ ਇਹਦੇ ਨਾਲ ਹੀ ਚਾਹੇ ਜਿਹੜੇ ਹੈਗੇ ਆ ਇਹਨਾਂ ਦੇ ਮਾਲ ਨੇ ਰਿਲਾਇੰਸ ਦੇ, ਚਾਹੇ ਰਿਲਾਇੰਸ ਦੇ ਪੰਪ ਨੇ, ਚਾਹੇ ਰਿਲਾਇੰਸ ਦੀਆਂ ਸਿਮਾਂ ਨੇ, ਜੀਓ ਦੀਆਂ, ਸਾਰੇ ਦਾ ਬਾਈਕਾਟ ਜਾਰੀ ਰਹੂਗਾ। ਤੇ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇੱਕ ਸਪਸ਼ਟ ਲੀਕ ਖਿੱਚ ਲੈਣੀ ਚਾਹੀਦੀ ਹੈ ਸਾਨੂੰ ਕਿ ਅਸੀਂ ਮੋਦੀ ਕਿਆਂ ਤੇ ਅੰਬਾਨੀ ਕਿਆਂ ਵੱਲ ਹਾਂ ਕਿ ਜਾਂ ਅਸੀਂ ਪੰਜਾਬ ਦੇ ਵੱਲ ਹਾਂ। ਜੀ, ਲਵਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਔਰ GT ਰੋਡ FM ਨੂੰ ਦੇਖ ਸੁਣ ਰਹੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਦੋਸਤੋ, ਇਸ ਮਸਲੇ ਦੇ ਉੱਪਰ ਸਾਡੀ ਨਿਗਾਹ ਬਣੀ ਹੋਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਸੰਘਰਸ਼ ਕੀ ਮੋੜ ਦਿੰਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਕਿਸਾਨੀ ਸੰਘਰਸ਼ ਆਉਣ ਵਾਲੇ ਸਮੇਂ ਦੇ ਵਿੱਚ ਫਤਿਹ ਵੱਲ ਜ਼ਰੂਰ ਜਾਵੇਗਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਗਤੀਵਿਧੀਆਂ ਨੇ ਹੋਣਗੀਆਂ ਇਸ ਦੇ ਬਾਰੇ ਅਸੀਂ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਇਸੇ ਤਰ੍ਹਾਂ ਦੀਆਂ ਇੰਟਰਵਿਊਜ਼ ਸੁਣਨ ਵਾਸਤੇ, ਦੇਖਣ ਵਾਸਤੇ ਤੁਸੀਂ GT ਰੋਡ FM ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਫੇਸਬੁੱਕ ਉੱਪਰ ਸਾਨੂੰ ਫੋਲੋ ਕਰ ਸਕਦੇ ਹੋ। ਇਸੇ ਤਰ੍ਹਾਂ ਸਾਡੀ ਪਲੇ ਸਟੋਰ ਦੇ ਉੱਪਰ GT ਰੋਡ FM ਦੀ ਐਪਲੀਕੇਸ਼ਨ ਹੈ ਜਿਸ ਨੂੰ ਤੁਸੀਂ ਡਾਊਨਲੋਡ ਕਰਕੇ ਸਾਡੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਬਿਲਕੁਲ ਕਮਰਸ਼ੀਅਲ ਫ੍ਰੀ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।